ਆਨੰਦਪੁਰ ਸਾਹਿਬ ਜੀ ਦੇ ਪਾਵਨ ਵਿਚਾਰ ਜਿਹੜੇ ਆਪਾਂ ਕਰ ਰਹੇ ਸਾਂ ਕਿ ਕਿਵੇਂ ਘੇਰਾ ਪਿਆ ਆਨੰਦਪੁਰ ਸਾਹਿਬ ਦੀ ਧਰਤੀ ਨੂੰ। ਕਈ ਤਰ੍ਹਾਂ ਦੇ ਪਿਆਰੇ ਹੀਲੇ ਪਹਾੜੀ ਰਾਜਿਆਂ ਨੇ, ਤੁਰਕ ਫੌਜ ਨੇ ਮਿਲ ਕੇ ਕੀਤੇ ਕਿ ਆਪਾਂ ਆਨੰਦਪੁਰ ਸਾਹਿਬ ਦਾ ਘੇਰਾ ਜਿਹੜਾ ਹੈ ਇਹ ਪਾਇਆ ਹੋਇਆ ਕਈ ਮਹੀਨਿਆਂ ਤੋਂ ਕਿਸੇ ਤਰ੍ਹਾਂ ਆਪਾਂ ਅੰਦਰ ਜਾ ਵੜੀਏ। ਪਰ ਗੁਰੂ ਸਾਹਿਬ ਨੇ ਵੀ 4-5 ਕਿਲੇ ਜਿਹੜੇ ਬਣਾਏ ਨੇ ਪਿਆਰਿਓ, ਉਹਨਾਂ ਕਿਲਿਆਂ ਨੂੰ ਤੋੜਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਯਤਨ ਬੇਸ਼ੱਕ ਕਰਦੇ ਆ, ਵੱਡੀਆਂ ਵੱਡੀਆਂ ਤੋਪਾਂ ਬੀੜਦੇ ਆ, ਪਰ ਪਿਆਰਿਓ ਨੇੜੇ ਵੀ ਨਹੀਂ ਜਾਇਆ ਜਾਂਦਾ। ਜਿਹਦੇ ਕਾਰਨ ਹੁਣ ਪਿਆਰਿਓ ਇਹਨਾਂ ਨੇ ਯਤਨ ਕੀਤਾ ਕਿ ਬਾਹਰ ਹੀ ਬਾਹਰ ਤੰਬੂਆਂ ਦੇ ਵਿੱਚ ਡੇਰਿਆਂ ਵਿੱਚ ਬਹਿ ਜਾਂਦੇ ਆ। ਜਦੋਂ ਦਾਣਾ ਪਾਣੀ ਅੰਦਰ ਮੁੱਕੇਗਾ ਤੇ ਖਾਲਸਾਈ ਫੌਜਾਂ ਆਪੇ ਬਾਹਰ ਆਉਣਗੀਆਂ। ਪਰ ਪਿਆਰਿਓ ਕੱਲ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਪ੍ਰੇਮੀਆਂ ਦੇ ਅੰਦਰ ਕੈਸਾ ਸਬਰ, ਸੰਤੋਖ ਤੇ ਸ਼ੁਕਰ ਭਰ ਦਿੱਤਾ ਹੈ ਕਿ ਜੇ ਨਹੀਂ ਕੁਝ ਖਾਣ ਨੂੰ ਅੰਦਰ ਮਿਲਦਾ ਪਿਆ ਤੇ ਉਹਦੇ ਵਿੱਚ ਵੀ ਸ਼ੁਕਰ ਕਰੀ ਜਾਂਦੇ, ਦਾਤੇ ਦਾ ਸ਼ੁਕਰ ਕਰਦੇ ਆ। ਤੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਦਾ ਬਚਨ, ਕਿਉਂਕਿ ਇਤਿਹਾਸ ਵਿਚਾਰਨਾ ਗੁਰਬਾਣੀ ਪੜ੍ਹਨ ਦੇ ਪਾਤਸ਼ਾਹ ਜੀ ਕਿਰਪਾ ਕਰਨ ਤੁਲ ਹੋ ਜਾਂਦਾ। ਜਦੋਂ ਸਹੀ ਤਰੀਕੇ ਨਾਲ ਇਤਿਹਾਸ ਨੂੰ ਵਿਚਾਰਿਆ ਜਾਂਦਾ ਤੇ ਇਤਿਹਾਸ ਜਿਹੜਾ ਹੈ ਗੁਰਬਾਣੀ ਦੇ ਅਰਥ ਕਰਦਾ ਪਿਆਰਿਓ। ਮਹਾਰਾਜ ਕਹਿੰਦੇ ਨੇ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਜੇ ਭੁੱਖ ਦੇਵੇਂਗਾ ਮੈਂ ਇਹਦੇ ਵਿੱਚ ਹੀ ਰੱਜਿਆ ਹੋਇਆ ਵਾਂ, ਇਹਦੇ ਵਿੱਚ ਵੀ ਮੈਂ ਆਪਣੇ ਆਪ ਨੂੰ ਰਾਜਾ ਮਹਿਸੂਸ ਕਰਾਂਗਾ। ਤੇ ਕਹਿੰਦੇ ਨੇ ਅੰਦਰ ਭੁੱਖ ਮਿਲਦੀ ਹੈ ਤੇ ਪਿਆਰਿਓ ਉਸ ਭੁੱਖ ਦੇ ਵਿੱਚ ਵੀ ਉਹ ਰੱਜੇ ਹੋਏ ਨੇ। ਕਾਹਦੇ ਨਾਲ? ਤ੍ਰਿਵਤ ਭਈ ਸੱਚ ਭੋਜਨ ਖਾਇਆ ਹੁੰਦਾ, ਉਹਨੂੰ ਸੱਚੇ ਨਾਮ ਦਾ ਭੋਜਨ ਅੰਦਰ ਮਿਲਦਾ। ਤੇ ਆਪਾਂ ਇਹ ਵੀ ਕੱਲ ਵਿਚਾਰਿਆ ਕਿ ਬੇਸ਼ੱਕ 40 ਸਿੰਘਾਂ ਨੇ ਆਖਿਆ ਮਹਾਰਾਜ ਅਸੀਂ ਜਾਣਾ ਚਾਹੁੰਦੇ ਹਾਂ, ਸਾਨੂੰ ਆਗਿਆ ਦੇ ਦਿਓ, ਕਿਲਾ ਛੱਡ ਕੇ ਜਾਣਾ ਚਾਹੁੰਦੇ। ਮਹਾਰਾਜ ਕਹਿੰਦੇ ਲਿਖ ਕੇ ਦੇ ਜਾਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹਨਾਂ ਲਿਖ ਦਿੱਤਾ ਬੇਦਾਵਾ। ਤੇ ਕਲਗੀਆਂ ਵਾਲੇ ਮਹਾਰਾਜ ਨੇ ਬੇਦਾਵਾ ਪਿਆਰੇ ਸੁੱਟਿਆ ਨਹੀਂ, ਸਾਂਭ ਕੇ ਰੱਖ ਲਿਆ। ਕਿਉਂ? ਕਿਉਂਕਿ ਮਹਾਰਾਜ ਨੂੰ ਪਤਾ ਸੀ ਭੁੱਲ ਗਏ ਨੇ, ਇਹਨਾਂ ਵਾਪਸ ਫੇਰ ਆ ਜਾਣਾ। ਉੱਥੇ ਇੱਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਹੈ ਕਿ ਸਿੱਖੋ ਕਿਸੇ ਵੇਲੇ ਕੋਈ ਐਸਾ ਮੌਕਾ ਆ ਸਕਦਾ, ਬਾਈ ਚਾਂਸ ਤੁਸੀਂ ਡੋਲ ਜਾਓ, ਥਿਰਕ ਜਾਓ ਧਰਮ ਤੋਂ ਤੇ ਕਿਤੇ ਮਨ ਬਣੇ ਦੁਬਾਰਾ ਗੁਰੂ ਵਾਲੇ ਬਣਨ ਦਾ, ਤੇ ਦੁਬਾਰਾ ਵੀ ਗੁਰੂ ਪ੍ਰਵਾਨ ਕਰ ਲੈਂਦਾ। ਇਸ ਕਰਕੇ ਯਤਨ ਕਰੋ, ਦੁਬਾਰਾ ਤੋਂ ਆਪਣੀ ਭੁੱਲ ਬਖਸ਼ਾ ਕੇ ਗੁਰੂ ਚਰਨਾਂ ਦੇ ਨਾਲ ਜੁੜ ਜਾਓ। ਜੇ ਤੁਸੀਂ ਕਿਸੇ ਗਲਤ ਰਾਹੇ ਪੈ ਗਏ ਹੋ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਓ ਸੱਚੇ ਮਨ ਦੇ ਨਾਲ, ਗੁਰੂ ਮੇਰਾ ਬਖਸ਼ਣਹਾਰ ਹੈ। ਪਿਆਰਿਓ ਇਹ ਜਗ੍ਹਾ ਉਹ ਆ ਆਨੰਦਪੁਰ ਸਾਹਿਬ ਦਾ ਘੇਰਾ। ਜਦੋਂ ਫਿਰ ਦੁਨੀ ਚੰਦ ਵਰਗੇ ਕਿਹਾ ਗਿਆ ਕਿ ਭਾਈ ਸਵੇਰੇ ਤੂੰ ਹਾਥੀ ਨਾਲ ਜੰਗ ਕਰਨੀ ਹੈ, ਤੇ ਉਹ ਡਰਦਾ ਮਾਰਾ ਕਿਲੇ ਦੀ ਕੰਧ ਰਾਹੀਂ ਦੌੜਨ ਦਾ ਯਤਨ ਕਰਦਾ। ਜਦੋਂ ਉਹਦੀ ਲੱਤ ਟੁੱਟਦੀ ਹੈ ਤੇ ਘਰੇ ਜਾ ਕੇ ਮੌਤ ਵੀ ਹੋ ਜਾਂਦੀ। ਫਿਰ ਉਹਦੇ ਜਿਹੜੇ ਪਰਿਵਾਰ ਦੇ ਬੱਚੇ ਨੇ ਪਿਆਰੇ, ਫਿਰ ਉਹ ਗੁਰੂ ਸਾਹਿਬ ਦੇ ਕੋਲ ਆਣ ਕੇ ਆਪਣੀ ਭੁੱਲ ਨੂੰ ਬਖਸ਼ਾਉਂਦੇ, ਆਪਣੇ ਵੱਡੇ ਦੀ ਕੀਤੀ ਭੁੱਲ ਨੂੰ। ਸੋ ਇਸ ਕਰਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜੋ ਘੇਰਾ ਪਿਆ, ਕਈ ਤਰ੍ਹਾਂ ਦੇ ਇੱਥੇ ਹਾਦਸੇ ਵਾਪਰਦੇ ਰਹੇ, ਕਈ ਤਰ੍ਹਾਂ ਦੀਆਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਵੀ ਇੱਥੇ ਵਰਤਦੀਆਂ ਰਹੀਆਂ। ਤੇ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਸਾਹਿਬ ਦੇ ਹੁੰਦਿਆਂ ਸਿੰਘ ਡੋਲੇ ਨਹੀਂ। ਅਖੀਰ ਜਦੋਂ ਸਾਰੇ ਹੀਲੇ ਵਸੀਲੇ ਇਹਨਾਂ ਦੇ ਤੁਰਕ ਫੌਜ ਦੇ ਰਾਜਿਆਂ ਦੇ ਫੌਜ ਦੇ ਮੁੱਕ ਗਏ ਤੇ ਹੁਣ ਫੇਰ ਤੋਂ ਦੁਬਾਰਾ ਝੂਠ ਦਾ ਸਹਾਰਾ ਲਿਆ। ਮਹਾਰਾਜ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ, ਸੱਚੇ ਪਾਤਸ਼ਾਹ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ। ਪਰ ਮਹਾਰਾਜ ਨੂੰ ਪਤਾ ਸੀ ਕਿ ਜੰਗ ਇੱਥੇ ਹੋ ਰਹੀ ਹੈ ਤੇ ਜੰਗ ਅੱਗੇ ਵੀ ਹੋਣੀ ਆ, ਤੇ ਜਿਹੜੀ ਗਾਂਹ ਜਾ ਕੇ ਜੰਗ ਕਰਨੀ ਇੱਥੇ ਵੀ ਕਰ ਲੈਂਦੇ ਆ। ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਆਖਿਆ, ਮਹਾਰਾਜ ਕਹਿਣ ਲੱਗੇ ਜੇ ਤੁਸੀਂ ਜ਼ਿਆਦਾ ਜ਼ੋਰ ਲਾਉਂਦੇ, ਕਿਉਂਕਿ ਅੰਦਰ ਜਿਹੜੇ ਸ਼ਹਿਰੀ ਸਿੱਖ ਸੀ ਨਾ, ਉਹਨਾਂ ਬੇਨਤੀ ਵੀ ਕੀਤੀ ਕਿਸੇ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ, ਆਨੰਦਪੁਰ ਸਾਹਿਬ ਦਾ ਆਪਾਂ ਕਿਲਾ ਛੱਡ ਦਿੰਦੇ ਆ, ਗਾਂਹ ਜਾ ਕੇ ਮੋਰਚਾ ਲਾ ਲੈਂਦੇ। ਪਿਆਰੇ ਜਦੋਂ ਕਹਿੰਦੇ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵਾਸਤੇ ਗੁਰੂ ਸਾਹਿਬ ਨੂੰ ਆਖਿਆ ਗਿਆ ਤੇ ਮਹਾਰਾਜ ਕਹਿੰਦੇ ਭਾਈ ਇਹ ਧੋਖਾ ਕਰਦੇ ਪਏ, ਇਹਨਾਂ ਨੇ ਮਗਰੋਂ ਫਿਰ ਹਮਲਾ ਕਰਨਾ। ਸਾਨੂੰ ਉਸ ਹਮਲੇ ਦਾ ਭੈ ਨਹੀਂ, ਪਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਾਣੀ ਨਾਲ ਜੁੜੇ ਹੋਏ ਨੂੰ ਕੋਈ ਧੋਖਾ ਨਹੀਂ ਦੇ ਸਕਦਾ।
ਪਿਆਰਿਓ ਕਹਿੰਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਹੱਡ ਤੇ ਜਿਹੜੀਆਂ ਜੁੱਤੀਆਂ ਸਨ ਉਹ ਪਿਆਰਿਓ ਸਮਾਨ ਗੱਡਿਆਂ ਤੇ ਲੱਦ ਕੇ ਉੱਪਰ ਸੋਹਣੇ ਜਿਹੜੇ ਰੁਮਾਲੇ ਪਾ ਕੇ ਬਾਹਰ ਤੋਰਿਆ। ਆਖਿਆ ਸਾਡਾ ਸਮਾਨ ਪਹਿਲਾਂ ਲੰਘ ਜਾਣ ਦਿਓ, ਫਿਰ ਅਸੀਂ ਵੀ ਮਗਰ ਬਾਅਦ ਵਿੱਚ ਆਉਂਦੇ ਹਾਂ। ਜਿੱਦਾਂ ਹੀ ਸਮਾਨ ਬਾਹਰ ਭੇਜਿਆ ਤੇ ਫੌਜ ਟੁੱਟ ਕੇ ਪੈ ਗਈ। ਖੌਰੇ ਕਿੰਨਾ ਕੁ ਮਹਿੰਗਾ ਕੀਮਤੀ ਸਮਾਨ ਬਾਹਰ ਆ ਗਿਆ। ਤੇ ਜਦੋਂ ਰੁਮਾਲੇ ਚੱਕ ਕੇ ਵੇਖਦੇ ਆ ਥੱਲੇ ਹੱਡ ਆ, ਥੱਲੇ ਜੁੱਤੀਆਂ ਨੇ, ਤੇ ਬੜੀ ਸ਼ਰਮਿੰਦਗੀ ਮਹਿਸੂਸ ਕਰਦੇ ਆ ਕਿ ਮਸਾਂ ਹੀ ਅਸੀਂ ਮਨਾਇਆ ਸੀ ਬਾਹਰ ਆਉਣ ਵਾਸਤੇ, ਅਸੀਂ ਫੇਰ ਜ਼ਾਰ ਹੋ ਗਏ। ਤੇ ਪਿਆਰੇ ਫਿਰ ਬੇਨਤੀਆਂ ਕਰਕੇ ਮਾਫੀਆਂ ਮੰਗਦੇ ਨੇ, ਮਹਾਰਾਜ ਸਾਡੀ ਫੌਜ ਤੋਂ ਗਲਤੀ ਹੋ ਗਈ, ਅਸੀਂ ਹੁਣ ਕਹਿੰਦੇ ਆ ਦੁਬਾਰਾ ਤੋਂ ਤੁਹਾਨੂੰ ਤੁਸੀਂ ਕਿਲ੍ਹਾ ਜਿਹੜਾ ਛੱਡ ਦਿਓ, ਸਾਡੀ ਲਾਜ ਰਹਿ ਜਾਏਗੀ। ਸਾਨੂੰ ਪਤਾ ਹੈ ਅਸੀਂ ਤੁਹਾਨੂੰ ਮਨਾ ਨਹੀਂ ਸਕਦੇ, ਤੁਹਾਡੇ ਤੋਂ ਕਿਲ੍ਹਾ ਖਾਲੀ ਕਰਵਾ ਨਹੀਂ ਸਕਦੇ, ਤੁਸੀਂ ਇਸ ਜੰਗ ਨੂੰ ਜਿੱਤ ਚੁੱਕੇ ਹੋ, ਪਰ ਸਾਡੀ ਲਾਜ ਰਹਿ ਜਾਏਗੀ ਮਹਾਰਾਜ, ਤੁਸੀਂ ਕਿਲ੍ਹਾ ਛੱਡ ਦਿਓ। ਅਖੀਰ ਕਹਿੰਦੇ ਨੇ ਦੱਖਣ ਵਾਲੇ ਪਾਸਿਓਂ ਕਾਜੀ ਆਇਆ, ਔਰੰਗੇ ਕੋਲੋਂ ਇੱਕ ਜਿਹੜਾ ਇਕਰਾਰਨਾਮਾ ਲਿਖਵਾ ਕੇ ਲਿਆਇਆ, ਕੁਰਾਨ ਸ਼ਰੀਫ ਲਿਆਇਆ। ਇੱਧਰ ਪਹਾੜੀ ਰਾਜਿਆਂ ਵੱਲੋਂ ਵੀ ਪਿਆਰਿਓ ਇੱਕ ਆਟੇ ਦੀ ਗਊ ਜਿਹੜੀ ਆ ਬਣਾ ਕੇ ਥਾਲ ਵਿੱਚ ਰੱਖ ਕੇ ਅੰਦਰ ਇਹ ਭੇਜੀ ਗਈ। ਇਹਨਾਂ ਨੇ ਹਿੰਦੂਆਂ ਨੇ ਪਿਆਰਿਓ ਜਿਹੜੇ ਕਹਿਣ ਮਾਤਰ ਸਨ, ਕਿਉਂਕਿ ਜਿਹੜਾ ਸੱਚਾ ਹਿੰਦੂ ਹੈ ਉਹ ਕਦੇ ਪਿਆਰਿਓ ਆਪਣੇ ਧਰਮ ਦੀ ਸਹੁੰ ਨਹੀਂ ਖਾਏਗਾ, ਸੱਚਾ ਮੁਸਲਮਾਨ ਧਰਮ ਦੀ ਸਹੁੰ ਨਹੀਂ ਖਾਏਗਾ। ਕਿਉਂਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਹੈ ਕਿ ਸਹੁੰ ਨਹੀਂ ਖਾਣੀ ਕਦੇ ਵੀ, ਨਾ ਸੱਚੀ ਤੇ ਨਾ ਝੂਠੀ, ਸਹੁੰ ਨਹੀਂ ਚੁੱਕਣੀ ਭਾਈ। ਤੇ ਨਾਲ ਗੁਰੂ ਸਾਹਿਬ ਨੇ ਹੁਕਮ ਕੀਤਾ, ਪਾਤਸ਼ਾਹ ਕਹਿੰਦੇ ਸਹੁੰ ਖਾਣ ਵਾਲੇ ਤੇ ਇਕਰਾਰ ਨਹੀਂ ਕਰਨ, ਜਿਹੜਾ ਮਹਾਰਾਜ ਕਹਿੰਦੇ ਉਹਦੇ ਉੱਪਰ ਤੁਸੀਂ ਕਦੇ ਵੀ ਭਰੋਸਾ ਨਹੀਂ ਕਰਨਾ ਹੈਗਾ, ਕਿਉਂ ਉਹ ਕਿਸੇ ਜਿਹੜਾ ਸਹੁੰ ਖਾ ਰਿਹਾ ਕਿਸੇ ਵੇਲੇ ਵੀ ਮੁੱਕਰ ਸਕਦਾ। ਸੋ ਇਸ ਕਰਕੇ ਪਿਆਰਿਓ ਕਹਿੰਦੇ ਨੇ ਜਦੋਂ ਇਹ ਅੰਦਰ ਆਏ ਆਣ ਕੇ ਕਹਿੰਦੇ ਮਹਾਰਾਜ ਸਾਨੂੰ ਗਊ ਮਾਤਾ ਦੀ ਸਹੁੰ ਹੈ, ਕਹਿੰਦਾ ਸਤਿਗੁਰੂ ਸਾਨੂੰ ਸਾਡੇ ਧਰਮ ਦੀ ਸਹੁੰ ਆ। ਕਾਜੀ ਕਹਿੰਦਾ ਸਹੁੰਆਂ ਖਾਂਦੇ ਨੇ ਤੇ ਪਿਆਰਿਓ ਗੁਰੂ ਸਾਹਿਬ ਨੂੰ ਯਕੀਨ ਸੀ ਕਿ ਅਸੀਂ ਜੇਕਰ ਬਾਹਰ ਗਏ ਤੇ ਇਹਨਾਂ ਸਹੁੰਆਂ ਜਿਹੜੀਆਂ ਨੇ ਤਿਆਗ ਦੇਣੀਆਂ, ਪਰ ਫਿਰ ਵੀ ਮਹਾਰਾਜ ਨੇ ਇਹਨਾਂ ਦੇ ਧਰਮ ਦਾ ਸਤਿਕਾਰ ਕੀਤਾ। ਭਾਈ ਅਸੀਂ ਤੁਹਾਡੇ ਧਰਮ ਦਾ ਸਤਿਕਾਰ ਕਰਦੇ, ਤੁਸੀਂ ਧਰਮ ਦਾ ਵਾਸਤਾ ਪਾਉਂਦੇ ਹੋ, ਅਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਛੱਡ ਦਿਆਂਗੇ। ਆ ਜਿਹੜੀ ਰਾਤ ਲੰਘ ਕੇ ਗਈ ਹੈ ਪਿਆਰ, ਇਸ ਰਾਤ ਨੂੰ 6 ਪੋਹ ਤੇ 7 ਪੋਹ ਦੀ ਰਾਤ ਨੂੰ ਮਹਾਰਾਜ ਨੇ ਫੈਸਲਾ ਲਿਆ। ਤੇ ਕਹਿੰਦੇ ਨੇ ਉਹ ਫੈਸਲਾ ਲੈ ਕੇ ਤੇ ਸਿੰਘਾਂ ਨੂੰ ਦੱਸਿਆ ਸਮਝਾਇਆ ਗਿਆ ਕਿ ਕਿਹੜੀ ਨੀਤੀ ਦੇ ਨਾਲ ਆਪਾਂ ਬਾਹਰ ਜਾਣਾ ਹੈ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਹੈ ਹਮਲਾ ਤੇ ਹੋਣਾ ਹੀ ਹੈ। ਤੇ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਪਹਿਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਮਾਤਾ ਗੁਜਰੀ ਜੀ ਨੂੰ, ਫਿਰ ਨਾਲ ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾ, ਨਾਲ ਪਿਆਰੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਨੂੰ ਲੈ ਕੇ ਅਨੰਦਪੁਰ ਸਾਹਿਬ ਦੀ ਗਲੀ ਗਲੀ ਜਿਹੜੀ ਆ ਉਹ ਘੁੰਮੀ ਹੈ। ਕਿਉਂਕਿ ਪਿਆਰਿਓ ਇੱਥੇ ਬੜਾ ਆਨੰਦ ਵਰਤਾਇਆ ਹੈ ਗੁਰੂ ਬਾਣੀ ਨੇ, ਇੱਥੇ ਬੜਾ ਆਨੰਦ ਵਰਤਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ। ਅਖੀਰ ਪਿਆਰਿਓ ਕਹਿੰਦੇ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਰਣਨੀਤੀ ਤਿਆਰ ਕਰ ਲਈ, ਜਾ ਕਿਲ੍ਹਾ ਛੱਡਣ ਦੀ ਨੀਤੀ ਤਿਆਰ ਕਰ ਲਈ, ਜਥਿਆਂ ਦੇ ਵਿੱਚ ਤੋਰਿਆ ਗਿਆ ਹੈ। ਭਾਈ ਸੰਤੋਖ ਸਿੰਘ ਲਿਖਦੇ ਆ ਕਿ ਜਿਹੜੇ ਭਾਰ ਚੁੱਕ ਸਕਦੇ ਸੀ, ਕਿਉਂਕਿ ਭੁੱਖਣ ਭਾਣੇ ਸਨ, ਸਰੀਰ ਪਿੰਜਰ ਹੋ ਚੁੱਕੇ ਸੀ ਸੁੱਕ ਕੇ, ਸਾਰੇ ਭਾਰ ਨਹੀਂ ਚੁੱਕ ਕੇ ਚੱਲ ਸਕਦੇ ਸੀ। ਇਸ ਕਰਕੇ ਜਿਹੜੇ ਚੁੱਕ ਸਕਦੇ ਸੀ, ਹੁਣ ਜਦੋਂ ਪਿਆਰ ਘਰ ਛੱਡਣਾ ਪੈਂਦਾ ਨਾ ਤੇ ਸਮਾਨ ਵੀ ਨਾਲ ਲੈ ਕੇ ਜਾਈਦਾ ਹੁੰਦਾ। ਇਸ ਕਰਕੇ ਜੋ ਲੋੜ ਸੀ ਉਹ ਪੰਡਾਂ ਬੰਨੀਆਂ ਸਮਾਨ ਦੀਆਂ। ਸਭ ਤੋਂ ਪਹਿਲਾਂ ਸਿੰਘਾਂ ਨੇ ਕੀ ਕੰਮ ਕੀਤਾ ਕਿ ਗੁਰੂ ਮਹਾਰਾਜ ਦੀ ਕੋਈ ਨਿਸ਼ਾਨੀ ਜਿਹੜੀ ਆ, ਜਿਵੇਂ ਚੋਲਾ ਹੋ ਗਿਆ, ਜੋੜਾ ਹੋ ਗਿਆ, ਇੱਦਾਂ ਦੀ ਚੀਜ਼ ਨਹੀਂ ਛੱਡਣੀ, ਇਹ ਤੁਰਕਾਂ ਦੇ ਹੱਥ ਨਹੀਂ ਆਉਣੀ ਚਾਹੀਦੀ, ਇਹ ਵੈਰੀਆਂ ਦੇ ਹੱਥ, ਇਹ ਗੁਰੂ ਸਾਹਿਬ ਦਾ ਕੋਈ ਵੀ ਜਿਹੜੀ ਚੀਜ਼ ਆ ਉਹ ਨਾ ਆਵੇ। ਇਸ ਕਰਕੇ ਯਤਨ ਕੀਤਾ ਉਹਨਾਂ ਨੂੰ ਸੰਭਾਲਿਆ ਜਾਵੇ। ਪਿਆਰੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ ਤੇ ਅਨੰਦਪੁਰ ਸਾਹਿਬ ਛੱਡਣ ਵਾਸਤੇ ਜਥਿਆਂ ਵਿੱਚ ਤੋਰਿਆ ਗਿਆ। ਸਮਾਨ ਜੋ ਚਾਹੀਦਾ ਸੀ ਉਹ ਸਿਰ ਤੇ ਸਿੰਘਾਂ ਨੇ ਚੁੱਕਿਆ ਆਪਣਿਆਂ ਤੇ। ਮਹਾਰਾਜ ਨੇ ਜਥੇ ਬਣਾ ਕੇ, ਜਿਵੇਂ ਭਾਈ ਜੀਵਨ ਸਿੰਘ ਜੀ, ਬਾਬਾ ਜੀਵਨ ਸਿੰਘ ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਕਹਿੰਦੇ, ਉਹਨਾਂ ਨੂੰ ਇੱਕ ਜਥਾ ਦਿੱਤਾ ਗਿਆ 100 ਸਿੰਘਾਂ ਦਾ। ਇੱਕ ਜਥਾ ਬਾਬਾ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੈ। ਇਹ ਸਤਿਗੁਰੂ ਕਿਰਪਾ ਕਰਨ ਭਾਈ ਉਦੈ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਇੱਕ ਜਥਾ, ਕਿਉਂਕਿ ਇਹ ਹਮਲਾ ਸਿੱਧਾ ਮਗਰੋਂ ਨਹੀਂ ਹੋਣਾ,
ਇਹ ਹਮਲਾ ਸਾਈਡ ਵਾਲੇ ਪਾਸਿਆਂ ਤੋਂ ਵੀ ਹੋ ਸਕਦਾ, ਲੱਖਾਂ ਦੀ ਫੌਜ ਆ, ਕਿਸੇ ਪਾਸੇ ਵੀ ਆ ਸਕਦੀ। ਸੋ ਚੱਲਦਿਆਂ ਪਿਆਰੇ ਜਦੋਂ ਕਹਿੰਦੇ ਨੇ ਸਰਸਾ ਦੇ ਕੰਢੇ ਤੇ ਆਏ ਨੇ, ਹੁਣ ਉਹ ਜਗ੍ਹਾ ਜਿਹੜੀ ਆਨੰਦਪੁਰੀ ਜਦੋਂ ਛੱਡਣੀ ਆ ਤੇ ਉਹਨੂੰ ਵੀਰਾਨ ਤੇ ਛੱਡਿਆ ਨਹੀਂ ਸੀ ਜਾਣਾ। ਮਹਾਰਾਜ ਨੇ ਖਾਲਸਾ ਨੂੰ ਆਖਿਆ, ਖਾਲਸਾ ਜੀ ਤੁਸੀਂ ਦੱਸੋ ਕੋਈ ਸਿੰਘ ਹੈ ਐਸਾ ਜਿਹੜਾ ਇਸ ਆਨੰਦਪੁਰੀ ਨੂੰ ਮਗਰੋਂ ਸੇਵਾ ਸੰਭਾਲ ਕਰੇ ਇਸ ਜਗ੍ਹਾ ਦੀ। ਜਦੋਂ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਪੁੱਛਿਆ ਗਿਆ ਤੇ ਕਹਿੰਦੇ ਨੇ ਭਾਈ ਗੁਰਬਖਸ਼ ਸਿੰਘ ਜਿਹੜਾ, ਉਹਨੂੰ ਮਹਾਰਾਜ ਨੇ ਹੁਕਮ ਕੀਤਾ, ਸਿੰਘਾ ਤੂੰ ਇਹ ਸੇਵਾ ਜਿਹੜੀ ਸੰਭਾਲਣੀ ਹੈ। ਉਹਨੇ 7 ਬਚਨ ਕਹਿ ਕੇ ਉਸ ਸੇਵਾ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਆਗਿਆ ਲਈ। ਮਹਾਰਾਜ ਨੇ ਆਗਿਆ ਦਿੱਤੀ। ਪਾਤਸ਼ਾਹ ਕਹਿੰਦੇ ਤੁਸੀਂ ਜਿਹੜੀ ਦੀਵਾ ਬੱਤੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਸਥਾਨ 'ਤੇ ਜ਼ਰੂਰ ਕਰਦੇ ਰਹਿਣ। ਪਿਆਰੇ ਬਾਕੀ ਅਸਥਾਨ ਦਾ ਨਹੀਂ, ਮਹਾਰਾਜ ਨੇ ਮੇਨ ਅਸਥਾਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹਦੇ ਬਾਰੇ ਸਪੈਸ਼ਲ ਆਖਿਆ। ਕਿਉਂਕਿ ਮਹਾਰਾਜ ਦੱਸ ਰਹੇ ਨੇ ਕਿ ਜਿੱਥੇ ਸ਼ਹੀਦ ਦਾ ਖੂਨ ਡੁੱਲਦਾ, ਜਿੱਥੇ ਸ਼ਹੀਦ ਦਾ ਸੰਸਕਾਰ ਹੁੰਦਾ, ਕੋਈ ਕਬਰ ਨਹੀਂ ਹੁੰਦੀ। ਉਹ ਅਸਥਾਨ ਪੂਜਣ ਵਾਲਾ ਉੱਥੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਉੱਥੋਂ ਇੱਕ ਨਵਾਂ ਜੀਵਨ ਮਿਲਦਾ ਹੈ, ਉੱਥੋਂ ਕੁਰਬਾਨ ਹੋਣ ਵਾਸਤੇ ਪਿਆਰਿਓ ਹੌਸਲਾ ਮਿਲਦਾ, ਤਾਕਤ ਮਿਲਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਉਸ ਅਸਥਾਨ ਵੱਲ ਜ਼ੋਰ ਦਿੱਤਾ। ਜਿਵੇਂ ਕਿਤੇ ਕਿਸੇ ਜਗ੍ਹਾ ਨੂੰ ਕਿਸੇ ਜਗ੍ਹਾ 'ਤੇ ਕਿਸੇ ਨੂੰ ਕੋਈ ਸਾੜਿਆ ਜਾਂਦਾ ਹੈ ਨਾ, ਜਦੋਂ ਉਹਨੂੰ ਕਬਰ ਕਹਿ ਦਿੰਦੇ, ਮੜੀਆਂ ਕਹਿ ਦਿੰਦੇ ਆ। ਪਰ ਪਿਆਰਿਓ ਜਿੱਥੇ ਕੋਈ ਸ਼ਹੀਦ ਹੁੰਦਾ ਜਾਂ ਸ਼ਹੀਦ ਦਾ ਸੰਸਕਾਰ ਹੁੰਦਾ, ਉਹਨੂੰ ਕਬਰ ਨਹੀਂ ਕਿਹਾ ਜਾਂਦਾ, ਉਹਨੂੰ ਕਬਰ ਨਹੀਂ ਕਿਹਾ ਜਾਂਦਾ, ਉਹਨੂੰ ਸੀਸ ਗੰਜ ਕਿਹਾ ਜਾਂਦਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ। ਸਤਿਗੁਰਾਂ ਨੇ ਆਖਿਆ ਭਾਈ ਗੁਰਬਖਸ਼ ਸਿੰਘਾ ਇਸ ਅਸਥਾਨ ਦਾ ਤੂੰ ਖਿਆਲ ਰੱਖਣਾ ਮਗਰੋਂ। ਤੇ ਮਹਾਰਾਜ ਪਤਾ ਹੈ ਮੈਨੂੰ ਕਿ ਜਦੋਂ ਤੁਸੀਂ ਚਲੇ ਜਾਣਾ ਤੇ ਮਗਰੋਂ ਤੁਰਕਾਂ ਨੇ ਇਸ ਅਸਥਾਨ ਨੂੰ ਉਜਾੜਨਾ ਹੈ। ਸੱਚੇ ਪਾਤਸ਼ਾਹ ਇਹ ਉਜੜ ਗਿਆ, ਫਿਰ ਕੀ ਕਰਾਂਗੇ? ਮਹਾਰਾਜ ਆਖਣ ਲੱਗੇ ਇੱਕ ਵਾਰ ਉਜੜੇਗਾ ਫਿਰ ਐਸਾ ਵਸੇਗਾ। ਮਹਾਰਾਜ ਕਹਿਣ ਲੱਗੇ ਜਿਹੜਾ ਵੀ ਆਏਗਾ ਉਹਨੂੰ ਇੱਥੋਂ ਹਮੇਸ਼ਾ ਆਨੰਦ ਦੀ ਪ੍ਰਾਪਤੀ ਹੁੰਦੀ ਰਹੇਗੀ। ਐਸਾ ਵਸੇਗਾ ਇਹ ਆਨੰਦਪੁਰ ਸਾਹਿਬ ਦਾ ਸਥਾਨ ਜਿਹੜਾ ਹੈ। ਪਿਆਰਿਓ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਥਾਨ ਦੀ ਸੇਵਾ, ਆਨੰਦਪੁਰ ਸਾਹਿਬ ਦੀ ਸੇਵਾ ਗੁਰਬਖਸ਼ ਸਿੰਘ ਨੂੰ ਦੇ ਕੇ ਗੁਰੂ ਸਾਹਿਬ ਨੇ ਜਥੇ ਤੋਰਤੇ। ਤੇ ਜਦੋਂ ਆਈ ਸਰਸਾ ਨਦੀ, ਉਹਨੂੰ ਪਾਰ ਕਰਨ ਦਾ ਸਮਾਂ ਆਇਆ ਤੇ ਪਹਿਲਾਂ ਮਹਾਰਾਜ ਨੇ ਆਖਿਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਹੈ, ਨਿਤਨੇਮ ਦਾ ਸਮਾਂ ਹੋ ਗਿਆ, ਪਹਿਲਾਂ ਨਿਤਨੇਮ ਕੀਤਾ ਜਾਵੇ। ਤੇ ਨਿਤਨੇਮ ਪਿਆਰਿਓ ਕਹਿੰਦੇ ਨੇ ਉੱਥੇ ਹੋਇਆ ਸਰਸਾ ਦੇ ਕੰਢੇ ਤੇ। ਇੱਥੇ ਗੁਰੂ ਸਾਹਿਬ ਨੇ ਇਹ ਸਾਨੂੰ ਦ੍ਰਿੜ ਕਰਵਾਇਆ ਕਿ ਸਮਾਂ ਕਈ ਤਰ੍ਹਾਂ ਦਾ ਤੇਰੇ ਜ਼ਿੰਦਗੀ ਵਿੱਚ ਸਿੱਖਾ ਆਵੇਗਾ। ਦੁੱਖਾਂ ਦਾ ਵੀ ਸਮਾਂ ਆਉਂਦਾ, ਸੁੱਖਾਂ ਦਾ ਵੀ ਸਮਾਂ ਆਉਂਦਾ ਹੈ, ਪਰ ਦੋਨਾਂ ਸਮਿਆਂ ਨੂੰ ਇੱਕੋ ਸਮਾਨ ਜਾਣਿਆ ਕਰ। ਇਹ ਨਹੀਂ ਕਿ ਸੁੱਖ ਨੂੰ ਹੋਰ ਸਮਝ ਲਿਆ ਤੇ ਦੁੱਖ ਨੂੰ ਹੋਰ ਸਮਝ ਲਿਆ। ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਵੀ ਹੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਭਾਈ ਇਹ ਸੁੱਖ ਵੀ ਤੇ ਸਨੇਹ ਜਿਹੜੇ ਨੇ ਇਹ ਹਿਰਦੇ ਵਿੱਚ ਡਰ ਜਿਹੜਾ ਏ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁੱਖ ਨੂੰ ਤੇ ਸੁੱਖ ਨੂੰ ਇੱਕ ਸਮਾਨ ਸਮਝ ਲੈਣਾ ਆ, ਇੱਕ ਸਮਾਨ ਜਾਣਨਾ, ਤਾਂ ਹੀ ਤੂੰ ਭਗਤੀ ਬੰਦਗੀ ਕਰ ਸਕੇਗਾ। ਨਹੀਂ ਤੇ ਜਦੋਂ ਬਾਹਲੇ ਸੁੱਖ ਆ ਗਏ ਉਦੋਂ ਵੀ ਬੰਦਾ ਕਹਿ ਦਿੰਦਾ ਜੀ ਮੈਂ ਵਿਆਹ ਤੇ ਗਿਆ ਸਾਂ, ਲੇਟ ਹੋ ਗਿਆ, ਅੱਜ ਨਿਤਨੇਮ ਤਾਂ ਨਹੀਂ ਹੋਇਆ, ਅੱਜ ਸੇਵਾ ਤਾਂ ਨਹੀਂ ਹੋਈ। ਕਈ ਵਾਰ ਦੁੱਖ ਤਕਲੀਫ ਆ ਗਿਆ ਤੇ ਉਦੋਂ ਬੰਦਾ ਕਹਿੰਦਾ ਜੀ ਫਲਾਣਾ ਕੰਮ ਪੈ ਗਿਆ, ਦੁਖੀ ਸਾ ਤਾਂ ਨਹੀਂ ਹੋਇਆ। ਪਰ ਮਹਾਰਾਜ ਕਹਿੰਦੇ ਇਹ ਤੋਂ ਵੱਡਾ ਦੁੱਖ ਦਾ ਸਮਾਂ ਆ ਸਕਦਾ। 29-30 ਸਾਲ 42 ਸਾਲ ਮਹਾਰਾਜ ਦੀ ਆਯੂ ਹੈ ਤੇ ਜਿਹਦੇ ਵਿੱਚੋਂ 29-30 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਅਸਥਾਨ ਤੇ ਗੁਜ਼ਾਰੇ ਹੋਣ, ਤਾਂ ਉਸ ਅਸਥਾਨ ਨੂੰ ਗੁਰੂ ਪਿਤਾ ਨੇ ਸੇਵਾ ਲਈ ਦਿੱਤਾ ਹੋਵੇ ਕਿ ਤੁਸੀਂ ਇਸ ਅਸਥਾਨ ਦੀ ਸੇਵਾ ਕਰਨੀ ਹੈ। ਪਿਤਾ ਨੇ ਇਸ ਅਸਥਾਨ ਨੂੰ ਬਖਸ਼ਿਸ਼ ਕੀਤੀ ਹੋਵੇ, ਉਸ ਸਥਾਨ ਨੂੰ ਛੱਡਣਾ ਪੈ ਜਾਵੇ, ਇਹ ਤੋਂ ਵੱਡਾ ਦੁੱਖ ਕੀ ਹੋ ਸਕਦਾ। ਪਰ ਪਿਆਰਿਓ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ ਤੇ ਆਏ ਨੇ, ਲੱਖਾਂ ਦੀ ਫੌਜ ਮਗਰ ਚੜ੍ਹਾਈ ਕਰਕੇ ਆ ਗਈ। ਗੁਰੂ ਸਾਹਿਬ ਕਹਿੰਦੇ ਨਿਤਨੇਮ ਕਰਨਾ ਜ਼ਰੂਰੀ ਆ ਪਿਆਰਿਓ। ਨਿਤਨੇਮ ਕੀਤਾ ਗਿਆ। ਜਦੋਂ ਮਗਰੋਂ ਪਿਆਰਿਓ ਹਮਲੇ ਹੋ ਗਏ ਨੇ, ਗੁਰੂ ਸਾਹਿਬ ਨੂੰ ਦੱਸਿਆ ਵੀ ਜਾਂਦਾ ਮਹਾਰਾਜ ਹਮਲਾ ਹੋਇਆ। ਪਾਤਸ਼ਾਹ ਕਹਿੰਦੇ ਭਾਈ ਨਿਤਨੇਮ ਕਰਨਾ ਜ਼ਰੂਰੀ ਹੈ। ਤੇ ਪਿਆਰਿਓ ਜਦੋਂ ਨਿਤਨੇਮ ਹੁੰਦਾ ਉਸ ਸਮੇਂ ਹਮਲਾ ਹੋਇਆ ਤੇ ਬਾਬਾ ਅਜੀਤ ਸਿੰਘ ਜੀ
ਬਾਬਾ ਜੀਵਨ ਸਿੰਘ ਜੀ ਨਾਲ ਭਾਈ ਉਦੈ ਸਿੰਘ ਜੀ ਵਰਗੇ ਜਿਹੜੇ ਗੁਰਸਿੱਖ ਨੇ, ਇਹਨਾਂ ਨੇ ਪਿਆਰਿਓ ਉਸ ਫੌਜ ਦਾ ਟਾਕਰਾ ਕੀਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿਹੜੀ ਵੱਡੀ ਤਾਦਾਦ ਦੇ ਵਿੱਚ ਫੌਜ ਹਮਲਾ ਕਰਦੀ ਹੈ, ਜਿਹਦੇ ਕਰਕੇ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਹੋਈ ਹੈ। ਕਈ ਸਿੰਘ ਲਿਖਦੇ ਨੇ ਪ੍ਰੇਮੀ ਕਿ ਪਹਿਲਾਂ ਵੀ ਵਿਚਾਰ ਹੋਈ ਹੈ, ਤੇ ਕਈ ਕਹਿੰਦੇ ਉਸ ਮੌਕੇ ਤੇ ਵਿਚਾਰ ਹੋਈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਦੋਨਾਂ ਮਾਤਾਵਾਂ ਨੂੰ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਵਾਲੇ ਪਾਸੇ ਨੂੰ ਤੋਰਿਆ, ਤੇ ਨਾਲ ਮਾਤਾ ਗੁਜਰੀ ਜੀ ਨੂੰ ਅਖੀਰਲੇ ਸਮੇਂ ਸਰਸਾ ਦੇ ਕੰਢੇ ਗੁਰੂ ਸਾਹਿਬ ਮਿਲੇ ਨੇ। ਤੇ ਇਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਪਿਆਰਿਓ ਚੰਦੂ ਵਾਲੇ ਪਾਸੇ ਨੂੰ ਤੁਰ ਪਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਫਿਰ ਇਸ ਨਦੀ ਨੂੰ ਪਾਰ ਕਰਦੇ ਸਮੇਂ, ਕਿਉਂਕਿ ਨਦੀ ਬਹੁਤ ਜ਼ਿਆਦਾ ਚੜ੍ਹ ਗਈ ਆ, ਉੱਪਰੋਂ ਮੀਂਹ ਵੀ ਪੈ ਰਿਹਾ ਤੇ ਬੜਾ ਕੁਝ ਸਰਸਾ ਦੇ ਨਦੀ ਦੇ ਵਿੱਚ ਰੁੜ ਗਿਆ ਪਿਆਰਿਓ। 40 ਸਿੰਘਾਂ ਦੇ ਨਾਲ ਗੁਰੂ ਸਾਹਿਬ ਨੇ ਨਦੀ ਨੂੰ ਪਾਰ ਕੀਤਾ, ਵੱਡੇ ਸਾਹਿਬਜ਼ਾਦੇ ਨਾਲ ਨੇ। ਤੇ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਫਿਰ ਚਮਕੌਰ ਦੀ ਗੜੀ ਪਹੁੰਚੇ, ਉਹ ਜਗ੍ਹਾ ਜਿੱਥੇ ਪਹਿਲਾਂ ਵੀ ਇੱਕ ਵਾਰ ਗੁਰੂ ਸਾਹਿਬ ਆਏ ਸਨ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਕਹਿੰਦੇ ਉਹੀ ਜਗ੍ਹਾ ਏ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਸਾਂ, ਇਹ ਮੰਜ਼ਿਲ ਉਹੀ ਹੈ ਜਿੱਥੇ ਅਸੀਂ ਸਾਹਿਬਜ਼ਾਦਿਆਂ ਦੇ ਸਤਿਗੁਰੂ ਮਹਾਰਾਜ ਕਹਿੰਦੇ ਜੌਹਰ ਵੇਖਣੇ ਚਾਹੁੰਦੇ ਆ, ਇਹ ਜਗ੍ਹਾ ਉਹੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਕੱਲ੍ਹ ਨੂੰ ਪਿਆਰਿਓ ਉਹ ਦਿਨ ਆ ਰਿਹਾ, ਕਿਉਂਕਿ ਅੱਜ ਦਾ ਦਿਨ ਜਿਹੜਾ ਹੈ ਸਰਸਾ ਇਸ ਵੇਲੇ ਪਾਰ ਕਰ ਦਿੱਤੀ। ਤੇ ਫਿਰ ਚੱਲਦਿਆਂ ਪਿਆਰਿਓ ਫਿਰ ਸ਼ਾਮਾਂ ਜਿਹੜੀਆਂ ਪੈ ਗਈਆਂ ਨੇ, ਚਮਕੌਰ ਦੀ ਗੜੀ ਪਹੁੰਚ ਗਏ ਨੇ। ਉੱਥੇ ਫਿਰ ਗੁਰੂ ਕੇ ਖਾਲਸੇ ਨੇ ਆਰਾਮ ਫਰਮਾਇਆ, ਤੇ ਮਹਾਰਾਜ ਨੇ ਉਸ ਸਿੰਘਾਂ ਨੂੰ ਪਿਆਰ ਕੀਤਾ ਜਿਹੜੇ ਕੁਝ ਕੁ ਮੁੱਠੀ ਭਰ ਸਿੰਘ ਨੇ ਭੁੱਖਣ ਪਾਣੇ ਨਾਲ ਆਏ ਨੇ। ਤੇ ਸਤਿਗੁਰਾਂ ਨੂੰ ਪਤਾ ਹੈ ਕਿ ਸਾਰਾ ਖਾਲਸਾ ਤਕਰੀਬਨ ਪਿੱਛੇ ਸ਼ਹੀਦੀਆਂ ਪਾ ਗਿਆ, ਇਹ 40 ਬਚੇ ਨੇ। ਇਹਨਾਂ ਵੀ ਮਹਾਰਾਜ ਨੇ ਆਖਿਆ ਕਿ ਕਈਆਂ ਨੇ ਵਿੱਚੋਂ ਕੱਲ੍ਹ ਨੂੰ ਨਹੀਂ ਰਹਿਣਾ। ਜਦੋਂ ਇਹ ਗੱਲ ਪਤਾ ਹੋਵੇ ਕਿ ਕੱਲ੍ਹ ਨੂੰ ਇਹਨਾਂ ਚੜ੍ਹਾਈ ਕਰ ਜਾਣਾ, ਤੇ ਉਹ ਕਿਹੋ ਜਿਹਾ ਸਮਾਂ ਹੁੰਦਾ। ਮੰਨ ਲਓ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਆ, ਸਾਨੂੰ ਪਤਾ ਹੋਵੇ ਕੱਲ੍ਹ ਨੂੰ ਕੋਈ ਐਸਾ ਘਟਨਾ ਵਾਪਰ ਜਾਣੀ ਆ, ਤੇ ਕੀ ਬੀਤਦੀ ਆ ਪਿਆਰਿਓ। ਤੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਵੀ ਕੀ ਬੀਤਦੀ ਹੋਏਗੀ। ਇਹ ਇਮੋਸ਼ਨਲ ਕਰਨ ਲਈ ਨਹੀਂ ਪਿਆਰਿਓ, ਬਲਕਿ ਇਹ ਸਾਨੂੰ ਸਮਝਣਾ ਪੈਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸਮਾਂ ਕਈ ਤਰ੍ਹਾਂ ਦਾ ਆ ਸਕਦਾ ਹੈ, ਪਰ ਇਹਨਾਂ ਸਮਿਆਂ ਦੇ ਵਿੱਚ ਡੋਲਣਾ ਨਹੀਂ, ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਤੇ ਉਹ ਚੜ੍ਹਦੀ ਕਲਾ ਕਿਵੇਂ ਆਉਣੀ ਆ, ਆਪਾਂ ਰੋਜ਼ ਹੀ ਪੜ੍ਹ ਜਾਂਦੇ ਆ, ਉਹਨੂੰ ਸਮਝਣਾ ਵੀ ਹੈ। ਉਹ ਕਿਹੜੀ ਹੈ ਚੜ੍ਹਦੀ ਕਲਾ? ਆਪਾਂ ਕਹਿੰਦੇ ਨਾਨਕ ਨਾਮ, ਸਭ ਤੋਂ ਪਹਿਲਾਂ ਨਾਮ ਆਉਂਦਾ ਪਿਆਰਿਓ, ਨਾਮ ਮਿਲਣਾ ਚਾਹੀਦਾ। ਗੁਰੂ ਦਾ ਨਾਮ ਕੋਲ ਹੋਵੇ, ਗੁਰੂ ਦੀ ਬਾਣੀ ਕੋਲ ਹੋਵੇ। ਜਦੋਂ ਇਹਨੂੰ ਆਪਾਂ ਬਾਣੀ ਦੇ ਨਾਲ ਜੁੜੇ ਰਵਾਂਗੇ, ਫਿਰ ਗੁਰੂ ਸਾਹਿਬ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਜਿਹਦੇ ਕੋਲ ਨਾਮ ਆ ਗਿਆ ਉਹਦੇ ਕੋਲ ਚੜ੍ਹਦੀ ਕਲਾ ਆਏਗੀ, ਤੇ ਜਿਹਦੇ ਕੋਲ ਚੜ੍ਹਦੀ ਕਲਾ ਨਾਮ ਆ ਗਿਆ ਉਹ ਕੀ ਕਹਿੰਦਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸਭ ਦਾ ਫਿਰ ਭਲਾ ਕਰੇਗਾ, ਸਭ ਦਾ ਭਲਾ ਲੋਚੇਗਾ। ਬੇਸ਼ੱਕ ਆਪਣਾ ਉਹਦਾ ਨੁਕਸਾਨ ਹੁੰਦਾ ਹੋਵੇ, ਪਰ ਉਹ ਦੂਜੇ ਦਾ ਭਲਾ ਜ਼ਰੂਰ ਕਰੇਗਾ। ਤੁਸੀਂ ਵਹਿੰਦੇ ਹੋ ਜਦੋਂ ਕੋਈ ਪਿਆਰਿਓ ਕਿਤੇ ਇੱਦਾਂ ਦੇ ਭਾਣੇ ਵਾਪਰਦੇ ਨੇ। ਹੁਣ ਵੇਖੋ ਦਿੱਲੀ ਮੋਰਚਾ ਜਦੋਂ ਲੱਗਾ ਹੈ, ਉਹ ਵੀ ਸੱਚ ਤੇ ਹੱਕ ਦੀ ਲੜਾਈ ਸੀ। ਇੱਦਾਂ ਦੇ ਲੋਕ ਵੀ ਗਏ ਨੇ ਜਿਨ੍ਹਾਂ ਦਾ ਪਿਆਰਿਓ ਉੱਥੇ ਕੋਈ ਹਿੱਸਾਦਾਰ ਨਹੀਂ ਸੀ, ਕੋਈ ਉਹਨਾਂ ਦੇ ਜ਼ਮੀਨਾਂ ਨਹੀਂ ਸੀ, ਫਿਰ ਵੀ ਉਹ ਜਾਂਦੇ ਸਨ। ਕਿਉਂ? ਲੋਕਾਂ ਦਾ ਭਲਾ ਹੋ ਜਾਵੇ, ਕਿਤੇ ਸ਼ਾਹੂਕਾਰਾਂ ਦੇ ਵੱਸ ਵਿੱਚ ਇਹ ਲੋਕ ਉਹਨਾਂ ਦੇ ਥੱਲੇ ਨਾ ਲੱਗ ਜਾਣ। ਇਸ ਕਰਕੇ ਪਿਆਰਿਓ ਕਹਿੰਦੇ ਸਨ, ਉਹ ਸੋਚਦੇ ਨੇ ਕਿ ਸਾਡਾ ਕੁਝ ਰਵੇ ਨਾ ਰਵੇ, ਸਾਡਾ ਜ਼ੋਰ ਲੱਗਦਾ ਲੱਗੇ, ਪਰ ਸੱਚ ਦੇ ਲਈ ਖੜਨਾ ਹੈ। ਇਹ ਪਾਤਸ਼ਾਹ ਜੀ ਨੇ ਜਨੂਨ ਖਾਲਸੇ ਦੇ ਅੰਦਰ ਭਰਿਆ ਹੈ। ਤੇ ਮਹਾਰਾਜ ਕਿਰਪਾ ਕਰ, ਮੈਂ ਬੇਨਤੀ ਕਰ ਰਿਹਾ ਕਿ ਕਿਵੇਂ ਇਹ ਦੁੱਖਾਂ ਦੇ ਵਿੱਚ ਚੜ੍ਹਦੀ ਕਲਾ ਵਿੱਚ ਰਵਾਂਗੇ। ਨਾਮ ਕੋਲ ਹੋਏਗਾ, ਤੇ ਜਦੋਂ ਨਾਮ ਤੇ ਜਦੋਂ ਬਾਣੀ ਕੋਲ ਹੋਈ ਤੇ ਫਿਰ ਚੜ੍ਹਦੀ ਕਲਾ ਹੋਣੀ ਹੈ, ਨਾਮ ਤੋਂ ਬਿਨਾਂ ਨਹੀਂ। ਨਾਨਕ ਨਾਮ, ਸਭ ਤੋਂ ਪਹਿਲਾਂ ਨਾਮ। ਇਹ ਤਿੰਨ ਚੀਜ਼ਾਂ ਇਹਦੇ ਵਿੱਚ ਆਉਂਦੀਆਂ, ਨਾਨਕ ਨਾਮ, ਫਿਰ ਚੜ੍ਹਦੀ ਕਲਾ, ਤੇ ਫਿਰ ਸਰਬੱਤ ਦਾ ਭਲਾ। ਇਹ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਪਿਆਰਿਓ, ਜਿਹੜੀਆਂ ਗੁਰੂ ਸਾਹਿਬ ਨੇ ਕਰਕੇ ਵਿਖਾਈਆਂ। ਨਾਮ ਵੀ ਜਪਿਆ ਸਰਸਾ ਦੇ ਕੰਢੇ ਤੇ ਚੜ੍ਹਦੀ ਕਲਾ ਵੀ ਵਿਖਾਈ। ਜਦੋਂ ਸਾਹਿਬਜ਼ਾਦੇ ਵੱਡੇ ਸ਼ਹਾਦਤਾਂ ਦਾ ਜਾਮ ਪੀਂਦੇ,
ਤੇ ਸਰਬੱਤ ਦਾ ਭਲਾ ਵੀ ਲੋਚਿਆ। ਉਹਦੇ ਵਿੱਚ ਸਰਬੱਤ ਦਾ ਭਲਾ ਸੀ। ਉਸ ਜੰਗ ਦੇ ਵਿੱਚ ਜ਼ੁਲਮ ਨੂੰ ਹਟਾਉਣਾ ਸੀ, ਜੜੋਂ ਪੱਟਣਾ ਸੀ। ਸਰਬੱਤ ਦਾ ਭਲਾ ਸੀ ਉਹਦੇ ਵਿੱਚ ਪਿਆਰਿਓ। ਤਿੰਨੋਂ ਕਾਰਜ ਗੁਰੂ ਸਾਹਿਬ ਨੇ ਕੀਤੇ। ਤੇ ਸਰਸਾ ਨਦੀ ਦਾ ਅੱਜ ਦੇ ਦਿਨ ਪਿਆਰਿਓ, ਜਦੋਂ ਸਰਸਾ ਨਦੀ 'ਤੇ ਪਾਣੀ ਚੜ੍ਹਿਆ, ਵਿਛੋੜਾ ਪਿਆ ਹੈ, ਕਈ ਸਿੰਘ ਜਿਹੜੇ ਨੇ ਇੱਥੇ ਜੰਗ ਦੇ ਵਿੱਚ ਜੂਝਦਿਆਂ ਸ਼ਹੀਦ ਹੋਏ। ਤੇ ਕਈ ਸਿੰਘ ਸਿੰਘਣੀਆਂ ਐਸੇ ਸਨ ਪਿਆਰਿਓ ਜਿਹੜੇ ਸਰਸਾ ਨੂੰ ਪਾਰ ਨਹੀਂ ਵਿਚਾਰੇ ਕਰ ਪਾਏ, ਤੇ ਉਹ ਸਰਸਾ ਦੇ ਨਾਲ ਹੀ ਰੁੜ ਗਏ ਨੇ ਪਾਣੀ ਦੇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਕੱਲ੍ਹ ਨੂੰ ਜੇ ਸਮਾਂ ਮਿਲਿਆ ਤੇ ਪਿਆਰਿਓ ਆਪਾਂ ਵਿਚਾਰ ਕਰਾਂਗੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਨਾਂ ਨੇ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਜੌਹਰ ਦਿਖਾਏ ਨੇ। ਲੱਖਾਂ ਦੀ ਤਾਦਾਦ ਦੀ ਫੌਜ ਆ ਤੇ 40 ਸਿੰਘ ਨੇ ਅੰਦਰ ਚਮਕੌਰ ਦੀ ਗੜੀ ਦੇ ਅੰਦਰ। ਤੇ ਗੁਰੂ ਸਾਹਿਬ ਨੇ ਉੱਥੇ ਉਹ ਕਰਕੇ ਵਿਖਾਇਆ ਪਿਆਰਿਓ ਕਿ 10 ਲੱਖ ਦੀ ਫੌਜ ਦੇ ਸਾਹਮਣੇ 6 ਸਿੰਘਾਂ ਦਾ ਜਥਾ ਜਾਂਦਾ। 10 ਲੱਖ ਦੀ ਬਾਹਰ ਫੌਜ ਏ ਤੇ ਅੰਦਰੋਂ 6 ਸਿੰਘਾਂ ਦਾ ਜਥਾ ਜਾਂਦਾ ਜੰਗ ਕਰਨ ਵਾਸਤੇ। ਤੇ ਮਹਾਰਾਜ ਦਾ ਇੱਥੇ ਬਚਨ ਸੱਚ ਹੋਇਆ ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀ, 1.25 लाख से एक लड़ाऊं, चिड़ियों से मैं बाज तड़ाऊं, गिदड़ों से मैं शेर बनाऊं, तबै गोबिंद सिंह नाम कहाऊं। 1.25 लाख ਦੇ ਨਾਲ ਇੱਕ ਇੱਕ ਕੱਲਾ ਕੱਲਾ ਗੁਰੂ का प्यारा ਜਿਹੜਾ ਭਿੜ ਗਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਦਇਆ ਕਰਨ। ਪਿਆਰਿਓ ਇਤਿਹਾਸ ਵਿਚਾਰਦੇ ਆ, ਕਈ ਤਰ੍ਹਾਂ ਦੀਆਂ ਵਿਚਾਰਾਂ ਸਾਨੂੰ ਸਮਝਣ ਵਾਸਤੇ ਮਿਲ ਜਾਂਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਇਹ ਵਿਚਾਰਾਂ ਜੋ ਸਾਰ ਤੱਤ ਭਾਵ ਜਿਹੜਾ ਮੈਂ ਤਾਂ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਦੀ ਵਿਚਾਰ ਤੋਂ ਬਾਅਦ ਕਿ ਮਹਾਰਾਜ ਕਿਰਪਾ ਕਰਨ ਪੜ੍ਹੀ ਸੁਣੀ ਬਾਣੀ ਤੇ ਕੀਤੀਆਂ ਵਿਚਾਰਾਂ ਦਾ ਭਾਵ ਅਰਥ ਜਿਹੜਾ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਜੇ ਉਹ ਨਹੀਂ ਵਸਿਆ ਤੇ ਪਿਆਰੇ ਸਿਰਫ ਕੰਨ ਰਸ ਬਣ ਕੇ ਰਹਿ ਜਾਂਦਾ ਕਿ ਇੱਕ ਰਸ ਮਾਣਿਆ ਅਸੀਂ ਕਥਾ ਦਾ, ਬਸ ਉੱਥੇ ਨਾਲ ਹੀ ਕਹਾਣੀ ਖਤਮ। ਜਦੋਂ ਕਿ ਇਹਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸਣਾ ਚਾਹੀਦਾ। ਕਿਤੇ ਵੀ ਪਿਆਰਿਓ ਇਤਿਹਾਸ ਵਿੱਚ ਇਹ ਨਹੀਂ ਵਿਚਾਰ ਆਏਗੀ ਕਿ ਜਿਹੜੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਬਾਹਰ ਆਏ ਉਹਨਾਂ 'ਚੋਂ ਕਿਸੇ ਨੇ ਵੀ ਆਖਿਆ ਹੋਵੇ ਅਸੀਂ ਸਾਨੂੰ ਈਨ ਕਬੂਲ ਹੈ, ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ, ਸਿੱਖੀ ਛੱਡ ਦਿੰਦੇ। ਕਿਸੇ ਨੇ ਨਹੀਂ ਆਖਿਆ, ਇਹ ਜਜ਼ਬਾ ਆ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਚੜ੍ਹਦੀ ਕਲਾ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ। ਇਹ ਚੜ੍ਹਦੀ ਕਲਾ ਆਪਾਂ ਮੰਗਣੀ ਹੈ ਸਤਿਗੁਰੂ ਮਹਾਰਾਜ ਦੇ ਕੋਲੋਂ, ਨਾ ਕਿ ਦੂਜੀਆਂ ਚੜ੍ਹਦੀ ਕਲਾ। ਜਦੋਂ ਆਪਾਂ ਤੁਰੇ ਜਾਂਦੇ ਕਿਸੇ ਨੂੰ ਪੁੱਛਦੇ ਭਾਈ ਕੀ ਹਾਲ, ਕਹਿੰਦਾ ਚੜ੍ਹਦੀ ਕਲਾ, ਤੇ ਅੰਦਰੋਂ ਪਰ ਅੱਤ ਦਾ ਦੁਖੀ ਹੁੰਦਾ, ਬਾਹਰੋਂ ਵਿਖਾਵੇ ਲਈ ਕਹਿ ਦਿੰਦਾ। ਪਰ ਮਹਾਰਾਜ ਕਿਰਪਾ ਕਰਨ ਅਸਲ ਵਿੱਚ ਬਾਹਰੋਂ ਬੇਸ਼ੱਕ ਲੋਕਾਂ ਨੂੰ ਵਿਖੇ ਦੁਖੀ ਹੈ, ਪਰ ਅੰਦਰੋਂ ਚੜ੍ਹਦੀ ਕਲਾ ਹੋਣੀ ਚਾਹੀਦੀ। ਪਹਾੜੀ ਰਾਜਿਆਂ ਨੂੰ ਲੱਗਦਾ ਸੀ ਅਸੀਂ ਦੁਖੀ ਕਰ ਲੈਣਾ ਆ, ਅਸੀਂ ਮਨਾ ਲੈਣਾ ਇਹਨਾਂ ਨੂੰ, ਲੱਗਦਾ ਸੀ ਤੁਰਕ ਫੌਜ ਨੂੰ। ਪਰ ਪਿਆਰੋ ਆਪ ਹੀ ਹਾਰ ਮੰਨ ਗਏ, ਅੱਕ ਗਏ ਸਨ, ਦੁਖੀ ਹੋ ਗਏ ਸਨ ਖੁਦ ਹੀ, ਜਿਹੜੇ ਗੁਰੂ ਸਾਹਿਬ ਨੂੰ ਦੁਖੀ ਕਰਨਾ ਚਾਹੁੰਦੇ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਮਾਂ ਮਿਲਿਆ ਤੇ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਪਿਆਰਿਓ। ਕੱਲ੍ਹ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ, 8 ਪੋਹ ਦਾ ਦਿਨ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਨਾਲ ਚਮਕੌਰ ਦੀ ਗੜੀ ਵਾਲੇ ਸਿੰਘਾਂ ਦੀ ਸ਼ਹਾਦਤ ਦਾ ਦਿਨ ਹੈ। ਇਹ ਵਿਚਾਰਾ ਜਿਵੇਂ ਜਿਵੇਂ ਸਮਾਂ ਮਿਲੇਗਾ ਆਪਾਂ ਵਿਚਾਰਿਓ ਸਾਂਝ ਪਾਉਣ ਦਾ ਯਤਨ ਕਰਾਂਗੇ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਜੇ ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਾਧ ਸੰਗਤ ਜੀ, ਬੇਸ਼ੱਕ ਇਹ ਦਿਨ ਜਿਹੜੇ ਨੇ ਬੜੇ ਵੈਰਾਗ ਵਾਲੇ ਦਿਨ ਆ, ਪਰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਿੱਤੀ ਹੈ। ਇਹ ਕਹਿ ਦੇਣਾ ਬੜਾ ਸੌਖਾ ਹੈ ਪਿਆਰਿਓ ਕਿ ਚੜ੍ਹਦੀ ਕਲਾ ਦੇ ਵਿੱਚ ਰਹੀਦਾ ਹੈ, ਦੁਖੀ ਨਹੀਂ ਹੋਈਦਾ, ਪਰ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਉਹਨਾਂ ਖਾਲਸਾਈ ਸਿੰਘਾਂ ਦੇ ਪਿਆਰਿਓ ਹਿੱਸੇ ਆਇਆ ਜਿਨ੍ਹਾਂ ਨੇ ਨਾਮ ਨਾਲ ਬਾਣੀ ਨਾਲ ਇੱਕਮਿਕ ਹੋਣਾ ਕੀਤਾ। ਨਹੀਂ ਤੇ ਕਹਿਣ ਨੂੰ ਸਾਰੇ ਕਹਿ ਦਿੰਦੇ ਭਾਈ ਕੋਈ ਨਹੀਂ ਹੁੰਦਾ, ਚੜ੍ਹਦੀ ਕਲਾ ਵਿੱਚ ਰਿਹਾ ਕਰੋ, ਕਹਿਣਾ ਸੌਖਾ ਹੈ, ਪਰ ਚੜ੍ਹਦੀ ਕਲਾ ਵਿੱਚ ਰਹਿਣ ਦੇ ਨਾਮ ਵੀ ਕੋਲ ਹੋਣਾ